ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਅਸ਼ਟਪਦੀਆਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਪਾਠ ਪੜਿਓ ਅਰ ਵੇਦ ਵਿਚਾਰਿਓ। ਨਿਵਲ ਭੁਯੰਗਮ ਸਾਧੇ। ਪੰਜ ਜਨਾ ਸਿਉ ਸੰਗ ਨ ਛੁਟਕਿਆ। ਆਦਿਕ ਅਹੰ ਬੁੱਧ ਬਾਦੇ। ਪਾਠ ਪੜਿਓ ਅਰ ਵੇਦ ਵਿਚਾਰਿਓ। ਨਿਵਲ ਭੁਯੰਗਮ ਸਾਧੇ। ਪੰਜ ਜਨਾ ਸਿਉ ਸੰਗ ਨ ਛੁਟਕਿਆ। ਆਦਿਕ ਅਹੰ ਬੁੱਧ ਬਾਦੇ। ਪਿਆਰੇ ਇਨ ਬਿਧ ਮਿਲਣ ਨ ਜਾਈ। ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੈ। ਦੀਜੈ ਬੁੱਧ ਬਵੇਕਾ। ਰਹਾਉ ਮੋਨ ਭਇਓ ਕਰ ਪਾਤੀ ਰਹਿਓ। ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਭ੍ਰਾਮਿਓ। ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਇ ਵਸਿਓ। ਸਿਰ ਕਰਵਤ ਤਰਾਏ। ਮਨ ਕੀ ਮੈਲ ਨ ਉਤਰੈ ਇਹ ਬਿਦ। ਜੇ ਲਖ ਜਤਨ ਕਰਾਏ। ਕਨਕ ਕਾਮਨੀ ਹੈ ਵਰਗੈ ਵਰ। ਬਹੁ ਬਿਦ ਦਾਨ ਦਾਤਾਰਾ। ਅੰਨ ਵਸਤਰ ਭੂਮ ਬਹੁ ਅਰਪੇ। ਨਹਿ ਮਿਲੀਐ ਹਰ ਦੁਆਰਾ। ਪੂਜਾ ਅਰਚਾ ਬੰਦਨ ਡੰਡੌਤ। ਖਟ ਕਰ ਮਾਰਤ ਰਹਤਾ। ਹਾਂ ਹਾਂ ਕਰਤ ਬੰਧਨ ਮਹਿ ਪਰਿਆ। ਨਹਿ ਮਿਲੀਐ ਇਹ ਜੋਗਤਾ। ਜੋਗ ਸਿੱਧ ਆਸਣ 84। ਏ ਪੀ ਕਰ ਕਰ ਰਹਿਆ। ਵੱਡੀਆਰ ਜਾ ਫਿਰ ਫਿਰ ਜਨਮੈ। ਹਰ ਸਿਉ ਸੰਗ ਨ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ। ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ। ਨਰਕ ਘੋਰ ਕਾ ਦੁਆਰਾ।
ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮ। ਕਹੋ ਨਾਨਕ ਤਿਸ ਭਇਓ ਪਰਾਪਤ, ਜਿਸ ਪੁਰਬ ਲਿਖੇ ਕਾਲ ਹੈਣਾ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵੋ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ। ਭਾਈ ਰੇ ਇਸ ਮਨ ਕੋ ਸਮਝਾਏ, ਏ ਮਨ ਆਲਸ ਕਿਆ ਕਰੈ, ਗੁਰਮੁਖ ਨਾਮ ਧਿਆਏ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ। ਚਿੰਤਾ ਲਹੀ ਹਮਾਰੀ। ਆਓ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰਾਂ ਦੇ ਮੁਬਾਰਕ ਚਰਨਾਂ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਸੁੰਦਰ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕਰਕੇ ਗੁਰੂ ਚਰਨਾਂ ਤੋਂ ਅਪਾਰ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਪਾਵਨ ਸ਼੍ਰੀ ਮੁਖ ਵਾਕ ਦੇ ਦੁਆਰਾ ਸਤਿਗੁਰਾਂ ਨੇ ਸਮਝਾਉਣਾ ਕੀਤਾ ਹੈ, ਸਤ ਸੰਗਤ ਦੀ ਵਡਿਆਈ। ਔਰ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਜੋ ਵਰਤਾਰਾ ਵਰਤਦਾ ਹੈ, ਜਿਨ੍ਹਾਂ ਕਰਮਾਂ ਦੇ ਵਿੱਚ ਸੰਸਾਰੀ ਜੀਵ ਲੱਗੇ ਹੋਏ ਨੇ, ਸਾਹਿਬ ਜੀ ਨੇ ਸਾਰਿਆਂ ਉਹਨਾਂ ਕਰਮਾਂ ਨੂੰ ਖੋਲ ਕੇ ਰੱਖਿਆ। ਕੱਲੇ ਕੱਲੇ ਕਰਮ ਦੀ ਵਿਚਾਰ ਕਰਦੇ ਆ, ਕੱਲੇ ਕੱਲੇ ਕੰਮ ਦੀ ਯਤਨ ਦੀ ਵਿਚਾਰ ਕਰਦੇ ਆ ਕਿ ਕਿਸ ਤਰ੍ਹਾਂ ਲੋਕ ਨੇ ਜਿਹੜੇ ਸੰਸਾਰੀ, ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਾਉਣ ਦਾ ਯਤਨ ਕਰਦੇ, ਕੀ ਯਤਨ ਕਰਦੇ ਨੇ, ਆਪਣੇ ਵੱਲੋਂ ਕੀ ਜ਼ੋਰ ਲਗਾਉਂਦੇ ਨੇ ਕਿ ਕਿਵੇਂ ਉਸ ਕਰਤੇ ਪੁਰਖ ਤੱਕ ਸਾਡੀ ਸਾਂਝ ਬਣ ਜਾਵੇ, ਕਿਵੇਂ ਨਾ ਕਿਵੇਂ ਕਰਕੇ ਅਸੀਂ ਉਹਦੇ ਤੱਕ ਮਿਲ ਜਾਈਏ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਪਾਵਨ ਸ਼੍ਰੀ ਮੁਖ ਵਾਕ ਦੇ ਦੁਆਰਾ ਸਤਿਗੁਰੂ ਜੀ ਨੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਮਝਾਉਣਾ ਕੀਤਾ ਹੈ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕ। ਸਤਿਗੁਰੂ ਜੀ ਆਪਣੇ ਤੋਂ ਸ਼ੁਰੂ ਕਰਦੇ ਨੇ। ਪਾਤਸ਼ਾਹ ਨਿਮਰਤਾ ਔਰ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਝਾਉਂਦੇ ਨੇ, ਐ ਪਿਆਰੇ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਵਿਧੀ ਦੇ ਦੁਆਰਾ ਉਸ ਕਰਤੇ ਪੁਰਖ ਤੱਕ ਮਿਲਿਆ ਨਹੀਂ ਜਾ ਸਕਦਾ। ਮੈਂ ਕੀਏ ਕਰਮ ਅਨੇਕਾ, ਮੈਂ ਬੜੇ ਕਰਮ ਕਰਕੇ, ਬੜੇ ਕੰਮ ਕਰਕੇ ਦੇਖ ਲਏ, ਯਤਨ ਕਰਕੇ ਦੇਖ ਲਏ। ਬਸ ਇੱਕ ਸੌਖਾ ਢੰਗ ਔਰ ਤਰੀਕਾ ਮਹਾਰਾਜ ਦੱਸ ਰਹੇ ਨੇ। ਕਹਿੰਦੇ ਹਾਰ ਪਰਿਓ ਸੁਆਮੀ ਕੈ ਦੁਆਰੇ, ਬਸ ਹਾਰ ਜਾ ਉਸ ਕਰਤੇ ਪੁਰਖ ਦੇ ਦੁਆਰੇ ਦੇ ਉੱਤੇ ਜਾ ਕੇ, ਤੇ ਜਾ ਕੇ ਬੇਨਤੀ ਕਰ
ਦੀਜੈ ਬੁੱਧ ਵਿਵੇਕਾ, ਜਿਹੜੀ ਮੈਨੂੰ ਵਿਵੇਕ ਬੁੱਧੀ ਹੈ, ਸ੍ਰੇਸ਼ਟ ਬੁੱਧੀ ਹੈ, ਉਹ ਪ੍ਰਦਾਨ ਕਰਨੀ ਕਰ। ਬਸ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਕਿ ਭਾਈ ਕਦੇ ਵੀ ਜੀਵ ਨੂੰ ਜਿਹੜਾ ਕੁਝ ਬਣ ਕੇ ਕੁਝ ਆਪਣੇ ਆਪ ਨੂੰ ਜਣਾਉਣਾ ਨਹੀਂ ਚਾਹੀਦਾ। ਬਸ ਸਦਾ ਵਾਸਤੇ ਉਸ ਕਰਤੇ ਪੁਰਖ ਦੇ ਚਰਨਾਂ ਦੇ ਵਿੱਚ ਖੜ ਕੇ ਅਰਦਾਸ ਕਰਨੀ ਚਾਹੀਦੀ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਉਣਾ ਕੀਤਾ। ਬਸ ਜਾਂ ਇਉਂ ਬੇਨਤੀ ਕਰਨੀ ਚਾਹੀਦੀ ਹੈ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ। ਐ ਸਤਿਗੁਰੂ ਚਾਹੇ ਹੁਣ ਤੂੰ ਮੈਨੂੰ ਮਾਰ ਲੈ ਤੇ ਚਾਹੇ ਤੂੰ ਰੱਖ ਲੈ, ਬਸ ਹੁਣ ਮੈਂ ਤੇਰੇ ਅੱਗੇ ਆਣ ਕੇ ਹਾਰ ਗਈ ਆ। ਸਤਿਗੁਰੂ ਜੀ ਹੁਣ ਬਖਸ਼ਣਹਾਰ ਪਿਤਾ ਬਖਸ਼ ਲੈ। ਆਓ ਜੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਸਾਰ ਦੇ ਵਿੱਚ ਵਰਤ ਰਹੇ ਵਰਤਾਰੇ ਨੂੰ ਅਤੇ ਸਿੱਧਾਂ ਜੋਗੀਆਂ ਨਾਥਾਂ ਵੱਲੋਂ, ਹੋਰ ਅਨੇਕਾਂ ਬ੍ਰਾਹਮਣਾਂ ਵੱਲੋਂ, ਹੋਰ ਜੋ ਸੰਸਾਰੀ ਜੀਵਾਂ ਵੱਲੋਂ ਕਰਮ ਕਾਂਡ ਉਸ ਕਰਤੇ ਪੁਰਖ ਨੂੰ ਮਿਲਣ ਦੇ ਪ੍ਰਥਾਏ ਕੀਤੇ ਜਾਂਦੇ ਨੇ, ਜੋ ਸਤਿਗੁਰੂ ਸਾਹਿਬ ਜੀ ਮਹਾਰਾਜ ਉਹਨਾਂ ਦੀ ਵਿਚਾਰ ਔਰ ਉਸ ਕਰਤੇ ਪੁਰਖ ਤੱਕ ਪਹੁੰਚਣ ਦੇ ਪ੍ਰਥਾਏ ਜੋ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਕਿਵੇਂ ਉਹ ਮਿਲਦਾ ਉਹਦੀ ਵਿਚਾਰ ਸਰਵਣ ਕਰੀਏ। ਆਓ ਸਾਰੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸਭ ਪਿਆਰ ਸਹਿਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਭ ਫਿਰ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਅਸ਼ਟਪਦੀਆਂ। ਸੋਰਠ ਮਹੱਲਾ ਪੰਜਵਾ ਤੋਂ ਭਾਵ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਦੇ ਦੁਆਰਾ ਪੰਜਵੇਂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਨੂੰ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ। ਘਰ ਦੂਜੇ ਅੰਦਰ ਪਾਤਸ਼ਾਹ ਜੀ ਨੇ ਗਾਇਨ ਕਰਨ ਦੀ ਹਦਾਇਤ ਕੀਤੀ ਹੈ। ਅਸ਼ਟਪਦੀਆਂ ਤੋਂ ਭਾਵ ਜਿਹੜਾ ਹੈ ਸ਼ਬਦ ਹੈ 8 ਪਦਿਆਂ ਵਾਲਾ ਹੈ। ਇਸ ਸ਼ਬਦ ਦੇ 8 ਪਦੇ ਹਨ ਤੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਅੱਗੇ ਜਿਹੜਾ ਮੰਗਲਾਚਰਨ ਰੱਖਿਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਬਦ ਦੀ ਆਰੰਭਤਾ ਕਰਦਿਆਂ ਹੋਇਆਂ ਸਤਿਗੁਰਾਂ ਨੇ ਬਚਨ ਕੀਤੇ ਹਨ ਕਿ ਭਾਈਓ ਅਕਾਲ ਪੁਰਖ ਇੱਕ ਹੈ। ਓੰਕਾਰ ਤੋਂ ਭਾਵ ਸਭਨਾ ਥਾਵਾਂ ਦੇ ਉੱਤੇ ਸਮਾਇਆ ਹੋਇਆ ਹੈ। ਕੋਈ ਵੀ ਐਸੀ ਜਗ੍ਹਾ ਨਹੀਂ ਹੈ, ਕੋਈ ਵੀ ਐਸਾ ਟਿਕਾਣਾ ਨਹੀਂ ਹੈ ਜਿੱਥੇ ਉਸ ਕਰਤੇ ਪੁਰਖ ਦੀ ਹੋਂਦ ਹੈ ਜਿਹੜੀ ਉਹ ਨਾ ਹੋਵੇ। ਤੇ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਸਤਿਗੁਰ ਪ੍ਰਸਾਦ, ਪੂਰੇ ਗੁਰੂ ਦੀ ਕਿਰਪਾ ਦਾ ਸਦਕਾ, ਪੂਰੇ ਗੁਰੂ ਦੀ ਮਿਹਰ ਦੇ ਨਾਲ ਉਸ ਕਰਤੇ ਪੁਰਖ ਦੀ, ਪੂਰਨ ਪੁਰਖ ਦੀ ਜਿਹੜੀ ਹੈ ਪ੍ਰਾਪਤੀ ਹੋਇਆ ਕਰਦੀ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦ ਦੀ ਆਰੰਭਤਾ ਕਰਦਿਆਂ ਸਾਹਿਬ ਜੀ ਨੇ ਬਚਨ ਲਿਖੇ ਨੇ ਕਿ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੀਵ ਵੇਦਾਂ ਦੇ ਪਾਠ ਨੇ ਜਿਹੜੇ ਸਨਾਤਨ ਮਤ ਦੇ ਵਿੱਚ, ਇਹਨਾਂ ਨੂੰ ਬੜੀ ਮਹਾਨਤਾ ਦਿੱਤੀ ਗਈ। ਅਨੇਕਾਂ ਤਰ੍ਹਾਂ ਦੇ ਜੀਵ, ਅਨੇਕਾਂ ਤਰ੍ਹਾਂ ਦੇ ਜਿਹੜੇ ਪਾਠ ਨੇ ਉਹਨਾਂ ਨੂੰ ਪੜ੍ਹਨਾ ਕਰਦੇ ਨੇ। ਵੇਦ ਵਿਚਾਰਿਓ, ਵੇਦਾਂ ਦੀ ਵਿਚਾਰ ਕਰਦੇ ਨੇ। ਜੋ ਵੀ ਲੋਕ ਨੇ ਜਿਹੜੇ ਉਹ ਨਿਵਲੀ ਕਰਮ ਕਰਦੇ ਨੇ, ਭਾਵ ਕਿ ਨਿਵਲੀ ਕਰਮ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਖਲੋ ਜਾਂਦੇ ਨੇ, ਗੋਡਿਆਂ ਦੇ ਉੱਤੇ ਹੱਥ ਵੀ ਰੱਖ ਲੈਂਦੇ ਨੇ, ਸਾਹ ਨੂੰ ਜਿਹੜਾ ਬਾਹਰ ਖਿੱਚ ਕੇ ਆਂਦਰਾਂ ਨੂੰ ਘੁਮਾਉਂਦੇ ਨੇ, ਆਪਣੀਆਂ ਨੂੰ ਅੰਦਰ ਲਿਆ। ਇਉਂ ਜਿਹੜਾ ਅਨੇਕਾਂ ਤਰ੍ਹਾਂ ਦੇ ਕਰਮ ਕਰਦੇ ਨੇ,
ਤੇ ਸਾਹਿਬ ਜੀ ਆਖਦੇ ਨੇ ਕਿ ਭਾਈ ਹੁਣ ਅਨੇਕਾਂ ਤਰ੍ਹਾਂ ਦੀਆਂ ਸਾਧਨਾ ਵੀ ਕਰਦੇ ਨੇ। ਕੋਈ ਅੰਗਮ ਹੈ ਤੋਂ ਭਾਵ ਜਿਵੇਂ ਪਿੱਠ ਦੀ ਕੰਗਰੋੜ ਦੇ ਨਾਲ ਜਿਹੜੀ ਕੁੰਡਲਨੀ ਨਾੜੀ ਹੈ ਨਾ, ਜਿੱਥੋਂ ਜਿਹੜੀ ਇਹ ਸ਼ਬਦ ਦੀ ਆਰੰਭਤਾ ਹੁੰਦੀ ਹੈ, ਜਿੱਥੋਂ ਜਿਹੜੀ ਸ਼ਬਦ ਔਰ ਸੁਰਤ ਦਾ ਮੇਲ ਆਰੰਭ ਹੁੰਦਾ, ਬਸ ਉਹਦੇ ਦੁਆਰਾ ਜਿਹੜੇ ਸਾਹਾਂ ਨੂੰ ਚੜਾਉਣ ਦਾ 10ਵੇਂ ਦੁਆਰ ਦੇ ਵਿੱਚ ਵੀ ਯਤਨ ਕਰਦੇ। ਸਾਹਿਬ ਜੀ ਆਖਦੇ ਨੇ ਕਿ ਭਾਈ ਪਾਠਾਂ ਦਾ ਜਿਹੜਾ ਉਚਾਰਨ ਕਰਦੇ ਨੇ, ਵੇਦਾਂ ਦੀ ਵਿਚਾਰ ਕਰਦੇ ਨੇ, ਨਿਵਲੀ ਔਰ ਭੁਯੰਗਮ ਜਿਹੜੇ ਆਸਣ ਨੇ, ਇਹਨਾਂ ਦੇ ਕਈ ਤਰ੍ਹਾਂ ਦੀਆਂ ਸਾਧਨਾਵਾਂ ਕਰਦੇ। ਸਤਿਗੁਰੂ ਜੀ ਨੇ ਆਖਿਆ, ਸਾਹਿਬ ਜੀ ਦਾ ਵਚਨ ਹੈ ਕਿ ਭਾਈ ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ, 68 ਤੀਰਥ ਬਹੁਕਣਾ ਭ੍ਰਮ ਥਾਕੇ ਭੇਖਾ। ਇਹ ਕਰਮ ਕਰ ਰਹੇ ਨੇ ਉਸ ਕਰਤੇ ਪੁਰਖ ਨੂੰ ਮਿਲਣ ਦੇ ਪਰਥਾਏ, ਪਰ ਸੰਸਾਰ ਵਿੱਚ ਰਹਿੰਦਾ ਬਿਰਤੀ ਕੁਝ ਹੋਰ ਹੈ। ਤੇ ਸਤਿਗੁਰੂ ਸਾਹਿਬ ਜੀ ਆਖਦੇ ਨੇ ਕਿ ਭਾਈ ਇਉਂ ਤਰ੍ਹਾਂ ਕਰਕੇ ਜਿਹੜੇ ਕਰਮ ਨੇ ਕਰ ਰਹੇ ਹਨ, ਪੰਜ ਜਨਾ ਸਿਉ ਸੰਗ ਨਾ ਛੁਟਕਿਓ, ਆਦਿਕ ਅਹੰ ਬੁੱਧ ਬਾਧੇ। ਹੁਣ ਜਿਹੜੇ ਪੰਜ ਵੈਰੀ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਵਰਗੇ, ਇਹਨਾਂ ਪੰਜਾਂ ਦੇ ਨਾਲੋਂ ਜਿਹੜਾ ਇਸ ਜੀਵ ਦਾ ਸੰਗ ਨਹੀਂ ਛੁੱਟਿਆ। ਕਾਮੀ ਇਹ ਹੈ, ਕ੍ਰੋਧੀ ਇਹ ਹੈ, ਲੋਭੀ ਇਹ ਹੈ, ਕਾਮੀ, ਸਭ ਤਰ੍ਹਾਂ ਕਰਕੇ ਪੰਜੇ ਵਿਕਾਰ ਇਹਨਾਂ ਨੂੰ ਜਕੜੀ ਬੈਠੇ ਨੇ। ਤੇ ਮਹਾਰਾਜ ਆਖਦੇ ਨੇ ਕਿ ਭਾਈ ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਵਾਦੇ, ਭਾਵ ਕਿ ਜਿਹੜਾ ਹੰਕਾਰ ਹੈ, ਅਹੰ ਬੁੱਧ ਹੈ, ਇਹ ਜਿਹੜਾ ਕਿ ਭਾਈ ਬੜਾ ਜ਼ਿਆਦੇ ਇਹਨਾਂ ਕਰਮਾਂ ਕਰਨ ਦੇ ਨਾਲ ਜਿਹੜਾ ਬੜਾ ਜ਼ਿਆਦੇ ਆਪਣੀ ਉਚਾਈ ਤੇ ਚਲਿਆ ਜਾਂਦਾ। ਬਸ ਜਦੋਂ ਜੀਵ ਨਾਮ ਜਪਦਾ, ਸ਼ੁਭ ਕਰਮ ਕਰਦਾ, ਤੇ ਜਿਹੜੀ ਹਉਮੈ ਆਉਣੀ ਹੈ, ਜਿਹੜੀ ਉਹ ਆਪਣੇ ਸਿਖਰ ਤੇ ਚਲੀ ਜਾਂਦੀ। ਕੰਮ ਘੱਟ ਕਰਦਾ ਤੇ ਜਿਹੜੀ ਹਉਮੈ ਵੱਧ ਜਾਂਦੀ ਹੈ। ਪਰ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਪੰਜਾਂ ਤੋਂ, ਇਹਨਾਂ ਵਿਕਾਰਾਂ ਤੋਂ ਤੂੰ ਛੁਟਕਾਰਾ ਕਰਾਉਣਾ ਸੀ। ਆ ਜਿਹੜੇ ਪਾਠ ਪੜ੍ਹਨੇ ਸੀ, ਵੇਦਾਂ ਦੀ ਵਿਚਾਰ ਕਰਨੀ ਸੀ, ਨਿਵਲੀ ਕਰਮ ਕੀਤੇ, ਭੁਯੰਗਮ ਜਿਹੜੇ ਆਸਣ ਨੂੰ ਸਾਧੇ ਕਰਨੇ ਤਾਂ ਸੀ, ਜਿਹੜੇ ਇਹਨਾਂ ਪੰਜਾਂ ਵਿਕਾਰਾਂ ਨੂੰ ਜਿੱਤ ਪ੍ਰਾਪਤ ਕਰਨੀ ਸੀ। ਪਰ ਤੂੰ ਤਾਂ ਇਹਨਾਂ ਦਾ ਸੰਗ ਛੱਡਿਆ ਹੀ ਨਹੀਂ, ਸਗੋਂ ਦੀ ਇਹਨਾਂ ਦੇ ਵਿੱਚ ਫਸ ਕਰਕੇ ਜਿਹੜੀ ਤੇਰੀ ਹਉਮੈ ਸੀ, ਜਿਹੜਾ ਤੇਰਾ ਹੰਕਾਰ ਸੀ, ਅਹੰ ਭਾਵ ਸੀ, ਜਿਹੜਾ ਤੂੰ ਇਹਦੇ ਵਿੱਚ ਬੜਾ ਜ਼ਿਆਦਾ ਜਕੜਿਆ ਗਿਆ। ਹੁਣ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਇਹ ਕਰਮ ਕੀਤੇ ਨੇ, ਇਹਨਾਂ ਕਰਮਾਂ ਨੂੰ ਕਰਦਿਆਂ ਕਰਦਿਆਂ ਹਉਮੈ ਔਰ ਅਹੰਕਾਰ ਦੇ ਵਿੱਚ ਤੂੰ ਵੱਜ ਗਿਆ। ਪਿਆਰੇ ਇਨ ਵਿਦ ਮਿਲਣ ਨਾ ਜਾਈ। ਸਾਹਿਬ ਜੀ ਆਖਦੇ ਨੇ ਕਿ ਭਾਈ ਹੁਣ ਪਿਆਰੇ ਇਹਨਾਂ ਕਰਮਾਂ ਦੇ ਕਰਨ ਦੇ ਨਾਲ ਕਦੇ ਉਸ ਕਰਤੇ ਪੁਰਖ ਤੱਕ ਤੇਰਾ ਮਿਲਾਪ ਨਹੀਂ ਹੋ ਸਕਦਾ। ਮੈਂ ਕੀ ਇਹ ਕਰਮ ਅਨੇਕਾ, ਸਤਿਗੁਰੂ ਜੀ ਕਹਿੰਦੇ ਨੇ ਮੈਂ ਵੀ ਅਨੇਕਾ ਕਰਮ ਕਰਕੇ ਦੇਖੇ, ਬਸ ਹੁਣ ਤੂੰ ਸਾਡੀ ਮਤ ਮੰਨ। ਤੇ ਬਸ ਜਿਹੜਾ ਹੁਣ ਅਗਾਂਹ ਸਤਿਗੁਰੂ ਜੀ ਕਰਮ ਕਰਨਾ ਜਿਹੜਾ ਦੱਸਦੇ ਹਨ, ਉਹਨੂੰ ਜਿਹੜਾ ਆਪਣੇ ਪੱਲੇ ਨਾਲ ਬੰਨ ਲੈ। ਹਾਰ ਪਰਿਓ ਸੁਆਮੀ ਕੈ ਦਵਾਰ, ਦੀਜੈ ਬੁੱਧ ਵਿਵੇਕਾ। ਉਸ ਸਤਿਗੁਰੂ ਦੇ ਦੁਆਰੇ ਅੱਗੇ ਜਾ ਕੇ ਜਿਹੜਾ ਹੁਣ ਹਾਰ ਜਾ, ਝੁਕ ਜਾ, ਤੇ ਜਾ ਕੇ ਹੱਥ ਜੋੜ ਕੇ ਬੇਨਤੀ ਕਰ, ਐ ਸਤਿਗੁਰੂ ਹੁਣ ਮੈਂ ਕੁਝ ਨਹੀਂ ਕਰਨ ਜੋਗਾ, ਮੇਰੀ ਜਿਹੜੀ ਹੈ ਸਤਾ ਖਤਮ ਹੋ ਚੁੱਕੀ ਹੈ। ਕਬੀਰ ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰਿਆਂ ਬੇਨਤੀ ਕਰ। ਐ ਸਤਿਗੁਰੂ ਨਾ ਮੈਂ ਕੁਝ ਕੀਤਾ ਹੈ, ਨਾ ਮੈਂ ਕੁਝ ਕਰਨ ਦੇ ਯੋਗ ਹਾਂ। ਕਬੀਰ ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰ, ਨਾ ਕੁਝ ਸਰੀਰ ਕਰ ਸਕਦਾ। ਬਸ ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਫਿਰ ਤਾਂ ਜਿਹੜੀ ਅਵਸਥਾ ਇਉਂ ਬਣ ਜਾਂਦੀ ਆ, ਸਭ ਕੁਝ ਕਰਨ ਕਰਾਉਣ ਦਾ ਮਾਲਕ ਆਪ ਹੀ ਕਰਦਾ। ਆਪਣੇ ਪਿਆਰੇ ਦੀ ਸੋਭਾ ਜਿਹੜੀ ਆ ਸੰਸਾਰ ਦੇ ਵਿੱਚ ਆਪਣੇ ਆਪ ਕਰਾ ਦਿੰਦਾ, ਕਿਉਂਕਿ ਵਿਵੇਕ ਬੁੱਧੀ ਮਿਲ ਗਈ, ਜਿਹੜੀ ਹੈ ਚੰਗੀ ਬੁੱਧੀ, ਜਿਹਦੇ ਨਾਲ ਉਸ ਕਰਤੇ ਪੁਰਖ ਦਾ ਮਿਲਾਪ ਹੋਣਾ ਸੀ। ਹਉਮੈ ਔਰ ਹੰਗਤਾ ਦਾ ਭਾਵ ਇਹਦਾ ਦੂਰ ਹੋ ਜਾਣਾ ਸੀ।
ਜਦੋਂ ਉਹ ਮਿਲ ਗਈ ਤੇ ਫਿਰ ਜਿਹੜੀ ਆ ਸਮੱਤ ਮਿਲ ਗਈ ਤੇ ਜੀਵ ਸੰਸਾਰੀ ਹੈ ਜਿਹੜਾ ਉਸ ਕਰਤੇ ਤੱਕ ਪਹੁੰਚਣ ਦੇ ਪਰਥਾਏ ਉਹਦਾ ਜਿਹੜਾ ਮਿਲਣਾ ਸੌਖਾ ਹੋ ਜਾਂਦਾ ਹੈ। ਰਹਾਓ ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਹਨ। ਮੋਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਹੁਣ ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ ਕਿ ਸੰਸਾਰ ਵਿੱਚ ਰਹਿੰਦਿਆਂ ਕਈ ਮੋਨੀ ਹੁੰਦੇ ਨੇ, ਚੁੱਪ ਧਾਰਨ ਕਰ ਲੈਂਦੇ ਨੇ, ਜਿਹੜੀ ਆਪਣੀ ਜੇਬਾਂ ਤੋਂ ਕੁਝ ਨਹੀਂ ਬੋਲਦੇ, ਮੌਨ ਧਾਰਨ ਕਰਕੇ ਬਸ ਬੈਠੇ ਰਹਿੰਦੇ ਨੇ। ਪਰ ਸਤਿਗੁਰੂ ਜੀ ਦਾ ਬਚਨ ਹੈ ਕਿ ਮੋਨੀ ਹੋਏ ਬੈਠਾ ਏ ਕੰਤੀ ਹਿਰਦੇ ਕਲਪਨ ਗੰਠਾ। ਬਾਹਰੋਂ ਚੁੱਪ ਧਾਰਨ ਕੀਤੀ ਹੈ, ਅੰਦਰ ਕਲਪਨਾ ਦੀਆਂ ਗੱਠਾਂ ਬੰਨੀਆਂ ਪਈਆਂ ਨੇ ਕਿ ਕਦੋਂ ਇਹ ਜਿਹੜੀ ਮੈਂ ਚੁੱਪ ਨੂੰ ਤੋੜਾਂ ਤੇ ਕਦੋਂ ਜਿਹੜਾ ਅੰਦਰ ਜਿਹੜਾ ਵਿਕਾਰਾਂ ਦੇ ਨਾਲ ਗੱਲਾਂ ਦੇ ਨਾਲ ਭਰਿਆ ਪਿਆ ਇਹੋ ਜਿਹੇ ਮੌਨ ਤੋਂ ਕੀ ਲੈਣਾ। ਮਹਾਰਾਜ ਕਹਿੰਦੇ ਨੇ ਕਰਪਾਤੀ ਰਹਿਓ। ਕਰਪਾਤੀ ਤੋਂ ਭਾਵ ਹੈ ਕਿ ਆਪਣੇ ਹੱਥਾਂ ਨੂੰ ਜਿਹੜਾ ਪਾਤਰ ਬਣਾ ਲੈਣਾ, ਭਾਂਡਾ ਬਣਾ ਲੈਣਾ, ਦੁਨਿਆਵੀ ਸਾਰੇ ਚੀਜ਼ਾਂ ਨੂੰ ਤਿਆਗ ਦੇਣਾ, ਬਰਤਨ ਵੀ ਆਪਣੇ ਪਾਸ ਕੋਈ ਨਾ ਰੱਖਣਾ। ਨਗਨ ਫਿਰਿਓ ਬਨ ਮਾਹੀ, ਭਾਵ ਕੇ ਬਸਤਰ ਆਦਿਕਾਂ ਨੂੰ ਵੀ ਤਿਆਗ ਕਰਕੇ ਜਿਹੜਾ ਬਨ ਦੇ ਵਿੱਚ ਜੰਗਲ ਦੇ ਵਿੱਚ ਨਗਨ ਹੋ ਕੇ ਰਹਿਣਾ। ਇਉਂ ਤਰ੍ਹਾਂ ਦੇ ਜਿਹੜੇ ਕੰਮ ਕਈ ਕਰਦੇ ਹਨ। ਤਟ ਤੀਰਥ ਸਭ ਧਰਤੀ ਭ੍ਰਾਮਿਓ, ਦੁਬਦਾ ਛੁਟਕੈ ਨਾਹੀ। ਹੁਣ ਦਰਿਆਵਾਂ ਦੇ ਕੰਢੇ ਦੇ ਉੱਤੇ, ਤੱਟਾਂ ਦੇ ਉੱਤੇ, ਸਮੁੰਦਰਾਂ ਦੇ ਕੰਢਿਆਂ ਦੇ ਉੱਤੇ ਜਿਹੜਾ ਜੀਵ ਹੈ ਉਸ ਕਰਤੇ ਪੁਰਖ ਦੀ ਭਾਲ ਵਿੱਚ ਲੱਭਦਾ ਫਿਰਦਾ, ਸਾਰੀ ਧਰਤੀ ਦਾ ਭ੍ਰਮਣ ਕਰਦਾ ਹੈ। ਪਰ ਜਿਹੜੀ ਦੁਬਦਾ ਹੈ ਉਹ ਜਿਹੜੀ ਹੈ ਦੂਰ ਨਹੀਂ ਹੋਈ। ਦੁਬਦਾ ਜਿਹੜੀ ਹੈ ਭਾਵ ਕੇ ਦੋ ਵਿਧਾ ਨੇ, ਭਾਵ ਕੇ ਉਸ ਕਰਤੇ ਪੁਰਖ ਦੇ ਉੱਤੇ ਜਿਹੜਾ ਪੂਰਨ ਤੌਰ ਤੇ ਸ਼ਰਧਾ, ਪੂਰਨ ਤੌਰ ਤੇ ਵਿਸ਼ਵਾਸ ਨਹੀਂ ਆਇਆ। ਹਜੇ ਵੀ ਜਿਹੜਾ ਦੁਨੀਆ ਦੇ ਉੱਤੇ ਆਸਾਂ, ਦੁਨਿਆਵੀ ਲੋਕਾਂ ਦੇ ਉੱਤੇ ਆਸਾਂ ਰੱਖੀ ਬੈਠਾ, ਹਜੇ ਵੀ ਮਨ ਦੇ ਵਿੱਚ ਜਿਹੜੀ ਕੁਝ ਸ਼ੰਕਾ ਹੈ, ਕੁਝ ਭਾਵ ਹੈ ਕਿ ਪਤਾ ਨਹੀਂ ਪਾਰ ਹੋਵਾਂਗਾ, ਪਤਾ ਨਹੀਂ ਹੋਵਾਂਗਾ। ਤੋਂ ਭਾਵ ਜਿਹੜਾ ਆਰਾ ਸ਼ਿਵਜੀ ਵਾਲਾ ਹੈ, ਜੋ ਬਨਾਰਸ ਦੇ ਸ਼ਿਵ ਮੰਦਰ ਵਿੱਚ ਹੈ। ਤੇ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਲੋਕ ਸ਼ਿਵ ਜੀ ਤੱਕ ਪਹੁੰਚਣ ਦੇ ਲਈ ਕਈ ਭੁੱਲੜ ਮਨੁੱਖ ਆਪਣੇ ਆਪ ਨੂੰ ਇਸ ਆਰੇ ਨਾਲ ਚਰਾ ਵੀ ਲੈਂਦੇ। ਸਿਰ ਕਰਵਤ ਧਰਾਏ ਕਿ ਜਿਹੜਾ ਉਹ ਸ਼ਿਵ ਜੀ ਦਾ ਆਰਾ ਹੈ, ਜਿਹੜਾ ਬਨਾਰਸ ਦੀ ਧਰਤੀ ਦੇ ਉੱਤੇ ਪਿਆ ਹੈ ਮੰਦਰ ਦੇ ਵਿੱਚ, ਤੇ ਉਹ ਜਿਹੜਾ ਆਪਣੇ ਸਿਰ ਦੇ ਉੱਤੇ ਧਰਾ ਕੇ ਉਹਨੂੰ ਮਿਲਣ ਦੇ ਪਰਥਾਏ ਆਪਣੇ ਆਪ ਨੂੰ ਬਣਾਉਣ ਤੱਕ ਵੀ ਆਪਣੇ ਆਪ ਨੂੰ ਜਿਹੜਾ ਚਰਵਾ ਵੀ ਲੈਂਦੇ। ਤੀਰਥਾਂ ਦੇ ਉੱਤੇ ਬਨਾਰਸ ਵਰਗੀ ਧਰਤੀ ਤੇ ਚਲੇ ਜਾਂਦੇ ਆ। ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਇਸ ਸ਼ਬਦ ਦੀ ਸਤਿਗੁਰੂ ਭਗਤ ਕਬੀਰ ਸਾਹਿਬ ਜੀ ਮਹਾਰਾਜ ਪ੍ਰੋੜਤਾ ਕਰਦੇ ਆਖਦੇ ਹਨ ਕਿ ਭਾਈ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ। ਭਾਵ ਕਿ ਮਨ ਕਾਮਨਾ, ਮਨ ਦੀ ਇੱਛਾ ਦੇ ਅਨੁਸਾਰ ਤੀਰਥਾਂ ਦੇ ਉੱਤੇ ਜਾਂਦਾ। ਮਹਾਰਾਜ ਕਹਿੰਦੇ ਨੇ, ਭਗਤ ਕਬੀਰ ਜੀ ਕਹਿੰਦੇ ਭਾਵੇਂ ਗੰਗਾ ਦੇ ਉੱਤੇ ਜਾ ਕੇ ਘਰ ਬਣਾ ਲੈ। ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ। ਪਿਆਸ ਲੱਗਣ ਤੇ ਭਾਵੇਂ ਗੰਗਾ ਦਾ ਨਿਰਮਲ ਨੀਰ ਛਕਦਾ ਹੋਵੇ, ਪਰ ਸਾਹਿਬ ਜੀ ਆਖਦੇ ਹਨ ਬਿਨ ਹਰ ਭਗਤ ਨਾ ਮੁਕਤ ਹੋਏ। ਇਉਂ ਕਹਿ ਰਮੈ ਕਬੀਰ ਬਿਨਾ ਉਸ ਕਰਤੇ ਪੁਰਖ ਦੀ ਭਗਤੀ ਤੋਂ, ਉਹਦੀ ਯਾਦ ਤੋਂ ਬਿਨਾ ਕਦੇ ਮੁਕਤ ਨਹੀਂ ਹੋ ਸਕਦਾ, ਭਾਵੇਂ ਕਿੰਨੇ ਮਰਜੀ ਕਰਮ ਕਾਂਡ ਕਰ। ਹੁਣ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਮਨ ਦੀ ਇੱਛਾ ਦੇ ਅਨੁਸਾਰ ਤੀਰਥਾਂ ਦੇ ਉੱਤੇ ਜਾਣਾ ਕਰਦਾ ਹੈ। ਸਿਰ ਦੇ ਉੱਤੇ ਸ਼ਿਵ ਜੀ ਦਾ ਜਿਹੜਾ ਕਰਵਤ ਹੈ, ਆਰਾ ਹੈ, ਉਹ ਧਰਾ ਕੇ ਉਹ ਆਪਣੇ ਆਪ ਨੂੰ ਭਾਵੇਂ ਚਰਾ ਵੀ ਲੈਂਦਾ ਹੈ। ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਪਰ ਜਿਹੜੀ ਮਨ ਦੀ ਮੈਲ ਹੈ, ਇੰਨੇ ਕਰਮ ਕਰਨ ਦੇ ਬਾਵਜੂਦ ਵੀ ਹੈ, ਉਹ ਉਤਰਦੀ ਨਹੀਂ ਹੈ। ਹੁਣ ਮਨ ਕਾਮਨਾ ਦੇ ਨਾਲ ਤੀਰਥਾਂ ਦੇ ਉੱਤੇ ਚਲਿਆ ਗਿਆ, ਸਿਰ ਦੇ ਉੱਤੇ ਆਰਾ ਰੱਖ ਕੇ ਆਪਣੇ ਆਪ ਨੂੰ ਚਰਵਾ ਤੱਕ ਲਿਆ। ਅਨੇਕਾਂ ਤਰ੍ਹਾਂ ਦੇ ਲੱਖਾਂ ਯਤਨ ਕਰ ਲਏ, ਪੁੱਠੇ ਲਟਕ ਲਟਕ ਕੇ ਦੇਖ ਲਿਆ, ਜਲ ਧਾਰੇ ਕਰ ਕਰਕੇ ਦੇਖ ਲਿਆ, ਪਰ ਜਿੱਥੋਂ ਤੱਕ ਪਹੁੰਚ ਇਹਦੀ ਹੋਣੀ ਸੀ ਉੱਥੇ ਤੱਕ ਨਹੀਂ ਪਹੁੰਚ ਸਕਿਆ। ਜਿੱਥੋਂ ਤੱਕ ਮਨ ਨੂੰ ਸ਼ਾਂਤੀ ਦੇਣੀ ਸੀ ਉੱਥੇ ਤੱਕ ਪਹੁੰਚ ਹੀ ਨਹੀਂ ਸਕਿਆ।
ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਹੁਣ ਅਨੇਕਾਂ ਤਰ੍ਹਾਂ ਦੇ ਲੱਖਾਂ ਯਤਨ ਕਰ ਲਏ, ਪਰ ਮਨ ਦੀ ਮੈਲ ਸੀ ਜਿਹੜੀ ਇਹ ਨਾ ਉਤਰੀ। ਯਤਨ ਅਨੇਕਾਂ ਕੀਤੇ, ਆਪਣੇ ਵੱਲੋਂ ਬੜਾ ਜ਼ੋਰ ਲਾਇਆ, ਪਰ ਜਿਹੜੀ ਆ ਮਨ ਦੀ ਮੈਲ ਇੰਨਾ ਕਰਮ ਕਰਨ ਦੇ ਨਾਲ ਵੀ ਨਹੀਂ ਉਤਰੀ। ਕਨਕ ਕਾਮਣੀ ਹੈਵਰ ਗੈਵਰ, ਬਹੁ ਬਿਦ ਦਾਨ ਦਾ ਤਾਰਾ। ਕਨਕ ਤੋਂ ਭਾਵ ਹੈ ਸੋਨਾ, ਕਾਮਣੀ ਤੋਂ ਭਾਵ ਹੈ ਇਸਤਰੀ, ਹੈਵਰ ਤੋਂ ਭਾਵ ਹੈ ਵਧੀਆ ਕੋੜੇ, ਗੈਵਰ ਤੋਂ ਭਾਵ ਸਤਿਗੁਰੂ ਸੀ ਸਮਝਾਉਂਦੇ ਹਨ ਕਿ ਭਾਈ ਹਾਥੀ ਨੇ। ਹੁਣ ਜਿਹੜੇ ਵੱਡੇ ਵੱਡੇ ਦਾਨ ਕਰਨ ਵਾਲੇ ਨੇ, ਬਹੁ ਬਿਦ ਦਾਨ ਦਾ ਤਾਰਾ, ਵੱਡੇ ਵੱਡੇ ਦਾਨ ਕਰਦਾ ਜੀਵ। ਕਨਕ ਸੋਨਾ ਦਾਨ ਕਰਨਾ ਬੜਾ ਵੱਡਾ ਮੰਨਿਆ ਗਿਆ, ਕੋਈ ਕੋਈ ਦਾਨ ਕਰਦਾ। ਕਾਮਨੀ ਆਪਣੀ ਇਸਤਰੀ ਦਾ ਦਾਨ ਕੋਈ ਕਰ ਸਕਦਾ, ਆਪਣੀ ਇਸਤਰੀ ਨੂੰ ਕਿਸੇ ਨੂੰ ਦਾਨ ਕੋਈ ਵਿਰਲਾ ਕਰ ਸਕਦਾ। ਹੈਵਰ ਜਿਹੜੇ ਨੇ ਉਹ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਵਧੀਆ ਘੋੜੇ ਬੜੀ ਮਹਿੰਗੀ ਕੀਮਤ ਦੇ ਹੁੰਦੇ ਨੇ, ਬੜੇ ਮਹਿੰਗੇ ਹੋਇਆ ਕਰਦੇ ਨੇ। ਗੈਵਰ ਹਾਥੀ ਨੇ। ਬਹੁ ਬਿਦ ਦਾਨ ਦਾ ਤਾਰਾ, ਹੋਰ ਵੀ ਅਨੇਕਾਂ ਤਰ੍ਹਾਂ ਕਰਕੇ ਜਿਹੜੇ ਸੰਸਾਰ ਵਿੱਚ ਦਤਾਰ ਬਣਦਾ, ਦਾਨ ਕਰਨੇ ਕਰਦਾ ਹੈ। ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਅੰਨ ਦਾ ਦਾਨ ਕਰਦਾ, ਵਸਤਰਾਂ ਦਾ ਦਾਨ ਕਰਦਾ, ਭੂਮੀ ਦਾ ਦਾਨ ਕਰਦਾ। ਮਹਾਰਾਜ ਜੀ ਆਖਦੇ ਨੇ ਕਿ ਭਾਈ ਇੰਨੇ ਦਾਨ ਕਰਨ ਦੇ ਬਾਵਜੂਦ ਵੀ ਜਿਹੜਾ ਉਹ ਦੁਆਰਾ ਹੈ ਅਕਾਲ ਪੁਰਖ ਪਰਮਾਤਮਾ ਦਾ, ਉਹ ਜਿਹੜਾ ਜੀਵ ਨੂੰ ਨਹੀਂ ਮਿਲਦਾ। ਪੂਜਾ ਅਰਚਾ ਬੰਦਨ ਡੰਡੌਤ, ਖਟ ਕਰ ਮਾਰਤ ਰਹਿਤਾ। ਹੁਣ ਮੂਰਤੀ ਦੀ ਪੂਜਾ ਵੀ ਕਰਦਾ, ਬੰਦਨ ਤੋਂ ਭਾਵ ਨਮਸਕਾਰ ਕਰਦਾ, ਡੰਡੌਤ ਡੰਡੇ ਵਾਂਗ ਸਿੱਧਾ ਹੋ ਕੇ ਲੰਮੇ ਪੈ ਕੇ ਨਮਸਕਾਰ ਕਰਦਾ। ਖਟ ਕਰਮ ਨੇ ਜਿਹੜੇ 6 ਕਰਮ ਨੇ ਬ੍ਰਾਹਮਣ ਵਾਸਤੇ ਬੜੇ ਜ਼ਰੂਰੀ ਨੇ। ਵਿਦਿਆ ਪੜ੍ਹਨੀ ਤੇ ਪੜਾਉਣੀ, ਜੰਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ। ਰਤ ਤੋਂ ਭਾਵ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਇਹਨਾਂ ਦੇ ਵਿੱਚ ਜਿਹੜਾ ਕਿ ਫਸਿਆ ਰਹਿੰਦਾ, ਇਹਨਾਂ ਦੇ ਵਿੱਚ ਰੁੱਝਿਆ ਰਹਿੰਦਾ। ਹੁਣ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਪੂਜਾ ਅਰਚਾ ਬੰਦਨ ਡੰਡੌਤ ਖਟ ਕਰਮਾ ਰਤ ਰਹਿਤਾ, ਇਹਨਾਂ ਦੇ ਵਿੱਚ ਰੁੱਝਿਆ ਰਹਿੰਦਾ। ਤੇ ਇਹਨਾਂ ਨੂੰ ਕਰਦਿਆਂ ਹੋਇਆਂ ਕਰਦਾ ਕੀ ਹੈ? ਹਾਂ ਹਾਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਇਹ ਜੁਗਤਾ। ਹੁਣ ਮੈਂ ਮੇਰੀ ਮੇਰੀ ਕਰਦਾ ਕਰਦਾ ਇਹਨਾਂ ਬੰਧਨਾਂ ਦੇ ਵਿੱਚ ਫਸਿਆ ਰਹਿੰਦਾ। ਇੰਨਾ ਕੁਝ ਕਰਨ ਦੇ ਬਾਵਜੂਦ ਵੀ, ਪੂਜਾ ਕਰਨ ਦੇ ਨਾਲ, ਅਰਚਾ ਕਰਨ ਦੇ ਨਾਲ, ਡੰਡੌਤ ਬੰਧਨ ਕਰਨ ਦੇ ਨਾਲ, 6 ਕਰਮ ਕਰਨ ਦੇ ਨਾਲ ਵੀ ਜਿਹੜਾ ਹਉਮੈ ਜਿਹੜੀ ਇਹ ਹੰਗਤਾ ਹੈ, ਭਾਵੇਂ ਵੱਧਦਾ ਤੁਰਿਆ ਜਾਂਦਾ। ਕਹਿੰਦਾ ਮੈਂ ਕੀਤਾ ਮੈਂ ਕੀਤਾ, ਤੇ ਬਸ ਇਉਂ ਕਰਦਿਆਂ ਕਰਦਿਆਂ ਬਸ ਜਿਹੜਾ ਬੰਧਨ ਹੈ, ਜਿਹੜੇ ਇਹ ਦੁਨਿਆਵੀ ਮਾਇਆ ਰੂਪੀ ਜਾਲ ਹੈ, ਜੀਵ ਨੂੰ ਜਿਹੜਾ ਇਹਦੇ ਵਿੱਚ ਫਸਦਾ ਜਾਂਦਾ। ਪਰ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਇਹਨਾਂ ਜੁਗਤਾਂ ਦੇ ਨਾਲ ਵੀ ਜਿਹੜਾ ਉਹ ਸਤਿਗੁਰੂ ਹੈ, ਉਹ ਅਕਾਲ ਪੁਰਖ ਹੈ, ਨਹੀਂ ਮਿਲਦਾ। ਜੋਗ ਸਿੱਧ ਆਸਣ 84, ਇਹ ਵੀ ਕਰ ਕਰ ਰਹਿਆ। ਹੁਣ ਅਨੇਕਾਂ ਤਰ੍ਹਾਂ ਦੇ ਯੋਗ ਕੀਤੇ ਤੇ ਆਸਣ ਵੀ ਕੀਤੇ, ਜਿਹੜੇ ਕਿ ਭਾਵ ਪੁੱਠੇ ਲਟਕਣ ਦੇ ਵਿੱਚ, ਹੋਰ ਅਨੇਕਾਂ ਤਰ੍ਹਾਂ ਦੇ ਜਲ ਧਾਰੇ ਕਰਨੇ, ਜਿਹੜਾ ਹੈ ਕੰਡਿਆਂ ਦੀ ਸੇਜ ਦੇ ਉੱਤੇ ਤੁਰਨਾ, ਤੱਤੇ ਕੋਲਿਆਂ ਦੇ ਉੱਤੇ ਤੁਰਨਾ, ਆਪਣੇ ਸਰੀਰ ਨੂੰ ਬੜਾ ਦੁੱਖ ਦੇਣਾ। ਅਨੇਕਾਂ ਤਰ੍ਹਾਂ ਦੇ ਕਰਮ ਜੋਗੀ ਲੋਕ ਕਰਦੇ ਨੇ, ਸਿੱਧ ਲੋਕ ਕਰਦੇ ਨੇ। ਜੋਗ ਸਿੱਧ ਆਸਣ 84 ਸਿੱਧਾਂ ਦੇ ਆਸਣ ਕਰਕੇ ਵੀ ਦੇਖੇ। ਸਾਹਿਬ ਜੀ ਆਖਦੇ ਨੇ ਕਿ ਭਾਈ ਅਗਾਂਹ ਪਾਤਸ਼ਾਹ ਸਮਝਾਉਂਦੇ ਹਨ, ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨ ਗਹਿਆ। ਵੱਡੀਆਂ ਵੱਡੀਆਂ ਆਰਜਾਵਾਂ ਵੀ ਕਰ ਲੀਆਂ, ਕਈ 100 ਸਾਲ, ਕਈ ਸਦੀਆਂ ਤੱਕ ਜਿਹੜਾ ਕਿ ਆਪਣਾ ਜੀਵਨ ਆਰਜਾ ਜਿਹੜੀ ਹੈ ਉਮਰ ਨੂੰ ਵੀ ਵਧਾ ਲਿਆ। ਫਿਰ ਜਨਮ ਹੈ, ਫਿਰ ਵੀ ਸੰਸਾਰ ਵਿੱਚ ਜਨਮਦਾ ਤੇ ਮਰਦਾ ਹੈ, ਆਉਂਦਾ ਜਾਂਦਾ ਸੰਸਾਰ ਵਿੱਚ ਰਹਿੰਦਾ। ਉਹ ਜਿਹੜਾ ਸਤਿਗੁਰੂ ਦਾ ਸੰਗ ਹੈ, ਉਹ ਜਿਹੜੇ ਪੂਰਨ ਪੁਰਖ ਦਾ ਸੰਗ ਨਹੀਂ ਮਿਲਿਆ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅੱਗੇ ਵੀ ਸਿੱਧਾ ਨੇ ਜਿਹੜਾ ਸਵਾਲ ਰੱਖਿਆ ਸੀ। ਮਹਾਰਾਜ ਨੂੰ ਕਹਿੰਦੇ ਨੇ, ਸਤਿਗੁਰੂ ਜੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋ। ਸਤਿਗੁਰੂ ਜੀ ਨੂੰ ਜੋਗੀ ਜਦੋਂ ਸਿੱਧਾ ਨੇ ਸਤਿਗੁਰੂ ਜੀ ਸੁਮੇਰ ਪਰਬਤ ਉੱਪਰ ਗਏ, ਮਹਾਰਾਜ ਨੂੰ ਕਹਿਣ ਲੱਗੇ, ਪਾਤਸ਼ਾਹ ਜੀ ਤੁਹਾਡੀ ਆਰਜਾ ਵਧਾ ਦਿੰਦੇ, 4 ਯੁੱਗ ਤੱਕ ਤੁਹਾਡੀ ਆਰਜਾ ਹੋ ਜਾਵੇ। ਹੋਰ ਦਸੂਣੀ ਹੋਏ ਮਹਾਰਾਜ ਜੀ ਹੋਰ 10 ਗੁਣਾ ਵੀ ਹੋ ਜਾਵੇ। ਨਵਾਂ ਖੰਡਾਂ ਵਿੱਚ ਜਾਣੀਆਂ, 9 ਖੰਡਾਂ ਦੇ ਵਿੱਚ ਤੁਹਾਡੇ ਨੂੰ ਜਾਣਨ ਵਾਲੇ ਹੋ ਜਾਣਗੇ। ਨਾਲ ਚੱਲੇ ਸਭ ਕੋਏ, ਸਾਰੇ ਤੁਹਾਡੇ ਨਾਲ ਚੱਲਣਗੇ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ। ਮਹਾਰਾਜ ਕਹਿੰਦੇ, ਭਾਈ ਭਾਵੇਂ ਕੋਈ ਚੰਗਾ ਨਾਂ ਰਖਾ ਲਵੇ, ਹੁਣ ਇੰਨੀ ਜ਼ਿਆਦਾ ਉਮਰ ਵੀ ਭਾਵੇਂ ਤੁਸੀਂ ਕਰ ਲਵੋ ਸਿੱਧੋ, ਭਾਵੇਂ ਸਾਡੀ ਵੀ ਭਾਵੇਂ ਤੁਸੀਂ ਕਰਦੇ ਹੋ, ਪਰ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜੇ ਉਹ ਸਤਿਗੁਰੂ ਦੀ ਨਜ਼ਰ ਦੇ ਤੇਰੇ ਉੱਤੇ ਨਾ ਪਈ, ਤੂੰ ਉਹਦੇ ਨਜ਼ਰ ਦੇ ਯੋਗ ਨਾ ਬਣਿਆ, ਤਾਂ ਇਹ ਤੇਰੇ ਕਿਸੇ ਕੰਮ ਨਹੀਂ ਹੈ। ਹੁਣ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਵੱਡੀ ਆਰਜਾ ਫਿਰ ਜਨਮ ਹੈ। ਵੱਡੀ ਆਰਜਾ ਵੀ ਜਿਹੜੀ ਹੋ ਗਈ, ਪਰ ਫਿਰ ਵੀ ਜਿਹੜੀ ਮੌਤ ਹੈ ਇਹ ਤੇਥੋਂ ਦੂਰ ਨਾ ਹੋਈ। ਫਿਰ ਸੰਸਾਰ ਦੇ ਵਿੱਚ ਆਉਣਾ ਪਿਆ। ਪੂਰਨ ਪਦ ਸੀ ਜਿਹੜਾ ਉਹਦੇ ਤੱਕ ਨਾ ਪਹੁੰਚਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਹੁਣ ਜਿਹੜੇ ਦੁਨਿਆਵੀ ਰਾਜਾਂ ਦੀ ਗੱਲ ਕਰਦੇ ਆ, ਮਹਾਰਾਜ ਕਹਿੰਦੇ ਨੇ ਕਿ ਭਾਈ ਰਾਜੇ ਲੋਕ ਅਨੇਕਾਂ ਤਰ੍ਹਾਂ ਦੀਆਂ ਲੀਲਾਵਾਂ ਰਚਨਾ ਕਰਦੇ ਨੇ। ਅਨੇਕਾਂ ਤਰ੍ਹਾਂ ਦੇ ਹੁਕਮ ਮੰਨਣ ਵਾਲੇ ਉਹਨਾਂ ਦੇ ਕੋਲੇ ਹੋਇਆ ਕਰਦੇ ਨੇ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਜਿਹੜਾ ਉਹਨਾਂ ਦੇ ਕੋਈ ਹੁਕਮ ਨੂੰ ਦੁਨੀਆ ਵਿੱਚ ਮੋੜਨ ਵਾਲਾ ਵੀ ਨਹੀਂ ਹੁੰਦਾ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦਵਾਰਾ। ਸੋਹਣੀ ਸੇਜਾ ਔਰ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਸੇਜ ਸੋਹਣੀ ਚੰਦਨ ਚੋਆ। ਚੰਦਨ ਆਦਿਕ ਦੇ ਜਿਹੜੇ ਅਤਰ ਨੇ, ਇਹਨਾਂ ਨੂੰ ਜਿਹੜਾ ਜੀਵ ਸੰਸਾਰ ਵਿੱਚ ਰਹਿੰਦਿਆਂ ਵਰਤਦਾ ਹੈ, ਅਨੇਕਾਂ ਤਰ੍ਹਾਂ ਦੇ ਸੁੱਖਾਂ ਸਾਧਨਾਂ ਨੂੰ ਮਾਣਦਾ ਹੈ। ਨਰਕ ਘੋਰ ਕਾ ਦੁਆਰਾ, ਪਰ ਇਹ ਜਿਹੜੇ ਸਾਰੇ ਨੇ ਨਰਕ ਦਾ ਘੋਰ ਦਾ ਦੁਆਰਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਸਤਿਗੁਰੂ ਜੀ ਕਹਿੰਦੇ ਹਨ, ਹੁਣ ਭਾਈ ਇੰਨੇ ਕਰਮ ਜਿਹੜੇ ਸਤਿਗੁਰੂ ਜੀ ਨੇ ਗਿਣਾ ਦਿੱਤੇ, ਸਭ ਤੋਂ ਸ੍ਰੇਸ਼ਟ ਕਰਮ, ਕਰਮਾਂ ਦੇ ਸਿਰ ਦੇ ਉੱਤੇ ਜਿਹੜਾ ਕਰਮ ਹੈ, ਮਹਾਰਾਜ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ। ਹਰੀ ਦੀ ਕੀਰਤ ਕਰਨੀ, ਉਹਦੀ ਯਾਦ ਦੇ ਵਿੱਚ ਜੁੜ ਕੇ ਸਾਧ ਸੰਗਤ ਦੇ ਵਿੱਚ ਬੈਠਣਾ, ਇਹ ਸਭ ਤੋਂ ਸ੍ਰੇਸ਼ਟ ਔਰ ਉੱਤਮ ਕਰਮ ਹੈ। ਇੱਥੇ ਆਣ ਕਰਕੇ ਉਸ ਕਰਤੇ ਪੁਰਖ ਦੇ ਗੁਣਾਂ ਦਾ ਗਾਇਨ ਕਰਦਾ। ਇੱਥੇ ਆ ਕੇ ਮਨ ਨੂੰ ਸਮਝਾਉਂਦਾ ਹੈ ਕਿ ਐ ਮਨ, ਤੇਰਾ ਮਾਰਗ ਕੁਝ ਹੋਰ ਹੈ ਤੇ ਤੂੰ ਕੀ ਕਰ ਰਿਹਾ। ਦੇਹ ਨੂੰ ਦੁੱਖ ਦੇ ਰਿਹਾ, ਅਨੇਕਾਂ ਤਰ੍ਹਾਂ ਦੇ ਕਰਮ ਕਰ ਰਿਹਾ, ਪਰ ਹਉਮੈ ਹੰਗਤਾ ਹੰਕਾਰ ਦੇ ਵਿੱਚ ਤੁਰਿਆ ਫਿਰਦਾ। ਪਰ ਜਦੋਂ ਸਤ ਸੰਗਤ ਦੀ ਪ੍ਰਾਪਤੀ ਹੋ ਗਈ, ਉਸ ਕਰਤੇ ਪੁਰਖ ਦੀ ਕੀਰਤੀ ਦੇ ਨਾਲ ਜੁੜ ਗਿਆ, ਤੇ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਣ ਕੇ ਕਰਮਾ, ਸਾਰੇ ਕਰਮਾਂ ਤੋਂ ਉੱਪਰ ਜਿਹੜਾ ਕਰਮ ਹੈ, ਸਾਰਿਆਂ ਤੋਂ ਸ੍ਰੇਸ਼ਟ ਕਰਮ ਹੈ, ਉਹ ਸਤ ਸੰਗਤ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾਲਹਿਣਾ। ਪਰ ਇਹਦੀ ਪ੍ਰਾਪਤੀ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਪੂਰਵ ਕਰਮ ਜੀ ਦੇ ਚੰਗੇ ਕੀਤੇ ਨੇ, ਜਿਹਦੇ ਪਿਛਲੇ ਕਰਮ ਚੰਗੇ ਲਿਖੇ ਨੇ, ਉਹਨਾਂ ਨੂੰ ਇਸ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਜਿਹਦੇ ਪੂਰਵਲੇ ਕਰਮਾਂ ਦੇ ਵਿੱਚ ਲਿਖ ਕਰਕੇ ਉਸ ਸਤਿਗੁਰੂ ਨੇ ਭੇਜਿਆ ਹੈ, ਕੋਈ ਸ਼ੁਭ ਕਰਮ ਕੀਤਾ ਹੈ, ਉਹਨੂੰ ਇਸ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਤੇਰੋ ਸੇਵਕ ਇਹ ਰੰਗ ਮਾਤਾ। ਸ਼ਬਦ ਦੀ ਸਮਾਪਤੀ ਕਰਦਿਆਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਝਾਉਂਦੇ ਹਨ, ਐ ਭਾਈ, ਐ ਸਤਿਗੁਰੂ, ਮੈਂ ਤਾਂ ਤੇਰਾ ਸੇਵਕ ਹਾਂ। ਤੇਰੇ ਸਤਿਗੁਰੂ ਜੀ ਮੈਂ ਇਸ ਰੰਗ ਦੇ ਵਿੱਚ ਰਤਿਆ ਹੋਇਆ ਹਾਂ। ਭਇਓ ਕਿਰਪਾਲ ਦੀਨ ਦੁਖ ਭੰਜਨ,
ਹਰ ਹਰ ਕੀਰਤਨ ਇਹੋ ਮਨ ਰਾਤਾ। ਹੁਣ ਜਿਹਦੇ ਉੱਤੇ ਉਹ ਕਿਰਪਾਲੂ ਦਿਆਲੂ ਕਿਰਪਾ ਕਰਦਾ ਹੈ, ਭਇਓ ਕਿਰਪਾਲ ਦੀਨ ਦੁਖ ਭੰਜਨ। ਜਿਹਦੇ ਉੱਤੇ ਉਹ ਕਿਰਪਾਲੂ ਦਿਆਲੂ ਸਤਿਗੁਰੂ ਗਰੀਬ ਦੇ ਉੱਤੇ ਦੁੱਖਾਂ ਨੂੰ ਦੂਰ ਕਰਨ ਵਾਲਾ ਦੁੱਖ ਭੰਜਨ ਸਤਿਗੁਰੂ ਹੈ, ਕਿਰਪਾ ਕਰਦਾ ਹੈ, ਆਪਣੀ ਕਿਰਪਾਲਤਾ ਕਰਦਾ ਹੈ। ਹਰ ਹਰ ਕੀਰਤਨ ਇਹੋ ਮਨ ਰਾਤਾ। ਫਿਰ ਉਹਦੇ ਆਪਣੇ ਜਸ ਦੇ ਵਿੱਚ, ਆਪਣੀ ਕੀਰਤੀ ਦੇ ਵਿੱਚ ਉਸ ਦੇ ਮਨ ਨੂੰ ਸਦਾ ਵਾਸਤੇ ਜੋੜੀ ਰੱਖਦਾ, ਰੰਗੀ ਰੱਖਦਾ, ਤੇ ਸਭ ਤੋਂ ਸ੍ਰੇਸ਼ਟ ਕਰਮ ਦੇ ਵਿੱਚ ਸਤ ਸੰਗਤ ਦੇ ਵਿੱਚ ਜੋੜੀ ਰੱਖਦਾ। ਤੇ ਆਓ ਸਤਿਗੁਰੂ ਜੀ ਨੇ ਹੀ ਸਮਝਾਉਣਾ ਕੀਤਾ ਕਿ ਭਾਈ ਸਭਨਾ ਕਰਮਾਂ ਤੋਂ ਉੱਪਰ ਜੇਕਰ ਕਰਮ ਹੈ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਤਿਗੁਰੂ ਜੀ ਨੇ ਤਾਂ ਇਹ ਸਮਝਾਉਣਾ ਕੀਤਾ ਕਿ ਭਾਈ ਸਾਰੇ ਕਰਮਾਂ ਤੋਂ ਜੇਕਰ ਸ੍ਰੇਸ਼ਟ ਕਰਮ ਹੈ ਜਾਂ ਸ੍ਰੇਸ਼ਟ ਧਰਮ ਹੈ, ਤਾਂ ਉਹ ਅਕਾਲ ਪੁਰਖ ਪਰਮਾਤਮਾ ਦੀ ਕੀਰਤੀ ਕਰਨੀ, ਉਹਦੇ ਗੁਣਾਂ ਨੂੰ ਗਾਇਨ ਕਰਨਾ, ਬਸ ਉਹਦੀ ਹੋਂਦ ਨੂੰ ਸਦਾ ਵਾਸਤੇ ਜਿਹੜਾ ਕਿ ਆਪਣੇ ਅੰਗ ਸੰਗ ਸਮਝ ਕੇ ਉਹਨੂੰ ਸਦਾ ਵਾਸਤੇ ਆਪਣੇ ਨੇੜੇ ਜਾਣਾ। ਬਸ ਜਦੋਂ ਉਹਨੂੰ ਨੇੜੇ ਜਾਣੇਗਾ ਫਿਰ ਕਿਸੇ ਦਾ ਬੁਰਾ ਨਹੀਂ ਕਰੇਗਾ। ਫਿਰ ਤਾਂ ਇਉਂ ਕਹੇਗਾ ਸਤਿਗੁਰੂ ਜੀ ਦਾ ਜਿਸ ਤਰ੍ਹਾਂ ਬਚਨ ਸਾਹਿਬ ਜੀ ਸਮਝਾਉਂਦੇ ਹਨ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ। ਫਿਰ ਤਾਂ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਫਿਰ ਜਿਹੜੀ ਪਰਾਈ ਤਾਤ ਹੈ, ਤੇਰਾ ਮੇਰਾ ਸਭ ਕੁਝ ਮਿਟ ਜਾਵੇਗਾ। ਜਿੱਧਰ ਵੀ ਦੇਖੇਗਾ ਫਿਰ ਉਸ ਕਰਤੇ ਪੁਰਖ ਦੀ ਹੋਂਦ ਨੂੰ ਮਹਿਸੂਸ ਕਰਕੇ ਸਦਾ ਵਾਸਤੇ ਉਹਦੇ ਗੁਣਾਂ ਨੂੰ ਗਾਇਨ ਕਰਦਾ ਰਹੇਗਾ। ਆਓ ਇਹ ਸਤ ਸੰਗਤ ਦੀ ਵਡਿਆਈ ਸਤਿਗੁਰੂ ਜੀ ਨੇ ਸਮਝਾਈ ਹੈ। ਇਉਂ ਜਿਹੜੇ ਸਤ ਸੰਗਤ ਦੇ ਵਿੱਚ ਆਉਂਦੇ ਨੇ, ਸਾਰੇ ਕਰਮਾਂ ਦੇ ਨਾਲੋਂ, ਤੀਰਥਾਂ ਦੇ ਉੱਤੇ ਜਾਣ ਦੇ ਨਾਲੋਂ, ਮਨ ਕਾਮਨਾ ਜਿਹੜੇ ਤੀਰਥ ਨੇ ਜਾਂ ਹੋਰ ਕਰਬਤ ਵਰਗੇ ਕਰਮ ਨੇ, ਆਸਣ ਜਿਹੜੇ ਨੇ ਜੋਗੀਆਂ ਦੇ 84 ਜਾਂ ਹੋਰ ਸਤਿਗੁਰੂ ਜੀ ਨੇ ਦਾਨਾਂ ਦੇ ਨਾਲੋਂ, ਹੋਰ ਜਿਹੜੇ ਅਨੇਕਾਂ ਤਰ੍ਹਾਂ ਦੇ ਕਰਮਾਂ ਦੇ ਨਾਲੋਂ ਸਤ ਸੰਗਤ ਨੂੰ ਸਤਿਗੁਰੂ ਜੀ ਨੇ ਵਡਿਆਈ ਦਿੱਤੀ ਹੈ। ਤੇ ਜਿਨ੍ਹਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਗਈ, ਤੇ ਜਿਵੇਂ ਸਤਿਗੁਰੂ ਜੀ ਸਮਝਾਉਂਦੇ ਹਨ, ਆਓ ਸਾਰੇ ਗੁਰੂ ਚਰਨਾਂ ਦੇ ਵਿੱਚ ਸਾਰੇ ਰਲ ਮਿਲ ਕੇ ਆਹ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਸਤ ਸੰਗਤ ਮਿਲੇ ਸੋ ਤਰਿਆ, 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 ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ, ਸਤ ਸੰਗਤ ਮਿਲੇ ਸੋ ਤਰਿਆ, 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 ਸਤ ਸੰਗਤ ਮਿਲੇ ਸੋ ਤਰਿਆ। ਆਓ ਜਿਹਨੂੰ ਸਤ ਸੰਗਤ ਦੀ ਪ੍ਰਾਪਤੀ ਹੋਗੀ, ਸੱਚੀ ਸੰਗਤ ਦੀ ਪ੍ਰਾਪਤੀ ਹੋਗੀ, ਤੇ ਫਿਰ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਸੋ ਤਰਿਆ ਉਹ ਤਰ ਜਾਵੇਗਾ। ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਰੂ ਦੀ ਕਿਰਪਾ ਦੇ ਨਾਲ ਪਰਮ ਪਦ ਨੂੰ ਪ੍ਰਾਪਤ ਕਰੇਗਾ। ਸੂਕੇ ਕਾਸ਼ਟ ਹਰਿਆ, ਸੁੱਕੇ ਜਿਹੜੇ ਕਾਸ਼ਟ ਨੇ, ਸੁੱਕੀ ਲੱਕੜ ਵਰਗੇ ਮਨ ਹੋਏ ਪਏ ਨੇ, ਇਹ ਹਰੇ ਹੋ ਜਾਣਗੇ। ਨਹੀਂ ਤੀਰਥਾਂ ਦੇ ਉੱਤੇ ਜਾ ਕੇ ਹਉਮੈ ਆ ਗਈ, ਮੇਰੇ ਵਰਗਾ ਤਾਂ ਕੋਈ ਜਿਹੜਾ ਇੰਨੀ ਉੱਚੀ ਪਰਬਤ ਦੀ ਚੋਟੀ ਉੱਤੇ ਪਹੁੰਚਣ ਵਾਲਾ ਨਹੀਂ, ਮੇਰੇ ਵਰਗਾ ਤਾਂ ਕੋਈ ਦਾਤਾ ਨਹੀਂ, ਮੇਰੇ ਵਰਗਾ ਤਾਂ ਕੋਈ ਜਿਹੜਾ ਹੋਰ ਅਨੇਕਾਂ ਤਰ੍ਹਾਂ ਦੇ ਕਰਮ ਕਰਨ ਵਾਲਾ ਨਹੀਂ, ਕੋਈ ਦਾਨੀ ਨਹੀਂ, ਕੋਈ ਪੁੰਨੀ ਨਹੀਂ, ਕੋਈ ਨਾਮੀ ਨਹੀਂ। ਬਸ ਜਦੋਂ ਇਹੀ ਗੱਲ ਦਾ ਮਾਣ ਜਿਹੜਾ ਮਨ ਦੇ ਵਿੱਚ ਫਸਿਆ ਰਹਿ ਗਿਆ, ਫਿਰ ਕਦੇ ਜਿਹੜੀ ਹੈ ਬੰਦਾ ਮੁਕਤ ਨਹੀਂ ਹੋ ਸਕਦਾ। ਭਗਤ ਕਬੀਰ ਸਾਹਿਬ ਜੀ ਦਾ ਬਚਨ ਆਪਾਂ ਕੱਲ ਵੀ ਸਰਵਣ ਕੀਤਾ, ਕਬੀਰ ਮਾਇਆ ਤਜੀ ਤਾਂ ਕਿਆ ਪਿਆ, ਜੋ ਮਾਣ ਤਜਿਆ ਨਹੀਂ ਜਾ। ਕਹਿੰਦੇ ਮਾਇਆ ਆਦਿਕ ਛੱਡ ਦੇਣੀ ਆ ਜਿਹੜੀ, ਭਾਈ ਫਿਰ ਕੀ ਛੱਡਿਆ।
ਜਿਹੜੀ ਛੱਡਣ ਵਾਲੀ ਚੀਜ਼ ਸੀ ਉਹ ਸੀ ਮਾਣ ਹੰਗਤਾ ਭਾਵ ਸੀ ਜਿਹੜਾ ਉਹ ਸੀ ਦੁਬਦਾ ਉਹ ਛੱਡੀ ਨਹੀਂ ਗਈ। ਤੇ ਸਾਹਿਬ ਜੀ ਆਖਦੇ ਨੇ ਕਿ ਮਾਨ ਮੁਨੀ ਮੁਨਵਰ ਗਲੇ, ਇਹ ਜਿਹੜਾ ਮਾਣ ਹੈ ਮੁਨੀਆਂ ਨੂੰ ਖਾ ਗਿਆ, ਵੱਡੇ ਵੱਡਿਆਂ ਨੂੰ ਜਿਨ੍ਹਾਂ ਨੇ ਮੋਨ ਧਾਰ ਕੇ ਰੱਖਿਆ। ਮੁਨਵਰ ਉਹਨਾਂ ਦੇ ਗੁਰੂਆਂ ਨੂੰ ਉਹਨਾਂ ਦੇ ਵਡੇਰਿਆਂ ਨੂੰ ਖਾ ਗਿਆ। ਮਾਣ ਸਭੈ ਕੋ ਖਾਏ, ਜਿਹੜਾ ਮਾਣ ਹੈ ਹੰਕਾਰ ਹੈ ਸੋਨਾਂ ਨੂੰ ਖਾ ਜਾਇਆ ਕਰਦਾ। ਤੇ ਸਤਿਗੁਰੂ ਜੀ ਨੇ ਆਖਿਆ ਕਿ ਭਾਈ ਜਿਹੜਾ ਸਤ ਸੰਗਤ ਦੇ ਵਿੱਚ ਆਵੇਗਾ ਉਹਨੂੰ ਇਸ ਗੱਲ ਦੀ ਵਿਚਾਰ ਦੀ ਸਮਝ ਆਵੇਗੀ ਕਿ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ। ਐ ਸਤਿਗੁਰੂ ਜੀ ਮੈਂ ਤਾਂ ਜੋ ਕੁਝ ਵੀ ਕਰ ਰਿਹਾ ਤੁਹਾਡੇ ਹੁਕਮ ਦੇ ਵਿੱਚ ਕਰ ਰਿਹਾ ਹਾਂ। ਜਦੋਂ ਇਉਂ ਕਰਕੇ ਉਹਨੂੰ ਆਪਣਾ ਆਪ ਅਰਪਿਤ ਕਰ ਦੇਵੇਗਾ ਤੇ ਫਿਰ ਸਤਿਗੁਰੂ ਜੀ ਦੀ ਬਖਸ਼ਿਸ਼ ਔਰ ਮਿਹਰਮਤ ਹੋਵੇਗੀ। ਸਤ ਸੰਗਤ ਦੇ ਵਿੱਚ ਆ ਕੇ ਮਾਣ ਹਉਮੈ ਹੰਕਾਰ ਜੀਵ ਦਾ ਦੂਰ ਹੋ ਜਾਂਦਾ ਹੈ। ਆਓ ਐਸੇ ਸਤਿਗੁਰੂ ਔਰ ਐਸੇ ਸਤਿਗੁਰੂ ਦੀ ਸੰਗਤ ਕਰਨ ਦਾ ਬੜਭਾਗਾ ਸਮਾਂ ਬਖਸ਼ਿਸ਼ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਦਰੋਂ ਕਰੋ ਸਾਨੂੰ ਵੀ ਇਨਾਮ ਦੀ ਦਾਤ ਬਖਸ਼ ਕੇ ਸਤ ਸੰਗਤ ਦੀ ਹਾਜ਼ਰੀ ਬਖਸ਼ਿਸ਼ ਕਰਕੇ ਸਦਾ ਵਾਸਤੇ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਸਦਾ ਵਾਸਤੇ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ ਕੇ ਆਪਣੇ ਨਾਮ ਦੇ ਨਾਲ ਜੋੜੀ ਰੱਖਣ। ਆਓ ਸਤਿਗੁਰੂ ਜੀ ਤੋਂ ਇਹੀ ਦਾਤ ਸਦਾ ਵਾਸਤੇ ਮੰਗਿਆ ਕਰੀਏ। ਸਾਹਿਬ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ ਕੇ ਆਪਣੇ ਚਰਨਾਂ ਨਾਲ ਜੋੜਨ। ਆਓ ਗੁਰ ਸ਼ਬਦ ਦੀ ਵਿਚਾਰ ਕਰਦੇ ਆਂ। ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਔਰ ਸਤਿਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਸਾਰੇ ਰਲ ਮਿਲ ਕੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਕੇ ਸਮਾਪਤੀ ਕਰੀਏ ਜੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾਲੈ ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਖਾ, ਰਹਾਉ ਦੂਜਾ। ਵਾਹਿਗੁਰੂ ਜੀ ਕਾ